ਹੈਲੋ ਗਾਇਸ, ਵੈਲਕਮ ਬੈਕ ਆਵਰ YouTube ਚੈਨਲ। ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ। ਅੱਜ ਦੀ ਕਲਾਸ ਕਾਫੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਪੇਪਰ ਆਪਣਾ ਤੁਹਾਨੂੰ ਪਤਾ ਵੀ ਆ ਗਿਆ ਪੀਟੈਟ ਦਾ। ਇਹਦੇ ਵਿੱਚ ਬੁੱਧੀ ਦੇ ਨਾਲ ਰਿਲੇਟਡ ਕੁਐਸਚਨ ਕਾਫੀ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਤੇ ਮੈਂ ਤੁਹਾਡੇ ਵਾਸਤੇ ਅੱਜ ਲੈ ਕੇ ਆਇਆਗਾ ਟੌਪ 30 ਕੁਐਸਚਨ ਜਿਹੜੇ ਵੱਖ-ਵੱਖ ਐਗਜ਼ਾਮ ਦੇ ਵਿੱਚ ਆ ਚੁੱਕੇ ਨੇਗੇ। ਤਾਂ ਇਹਨਾਂ ਕੁਐਸਚਨਸ ਨੂੰ ਆਪਾਂ ਅੱਜ ਡਿਸਕਸ ਕਰਾਂਗੇ, ਦੇਖਾਂਗੇ ਵੀ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਤੁਹਾਡੇ ਪੀਟੈਟ ਦੇ ਵਿੱਚ, ਸੀਟੈਟ ਦੇ ਵਿੱਚ ਜਾਂ ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਆਏ ਹੋਏ ਨੇਗੇ। ਇਹਨਾਂ ਕੁਐਸਚਨ ਦੇ ਆਧਾਰ ਤੇ ਤੁਸੀਂ ਇੱਕ ਪਰਸੈਪਸ਼ਨ ਬਣਾ ਸਕਦੇ ਹੋ। ਕਈ ਵਾਰ ਕੁਐਸਚਨ ਰਿਪੀਟ ਵੀ ਹੋ ਜਾਂਦੇ ਨੇਗੇ, ਐਜ਼ ਇਟਸ ਕੁਐਸਚਨ ਪੇਪਰ ਦੇ ਵਿੱਚ ਆਏ ਹੋਏ ਨੇਗੇ। ਜਿਵੇਂ ਕਈ ਵਾਰ ਸੀਟੈਟ ਦਾ ਪੇਪਰ ਜਾਂ ਯੂਪੀ ਟੈਟ ਦਾ ਜਾਂ ਹਰਿਆਣਾ ਟੈਟ ਦਾ ਪੇਪਰ ਇਹਦੇ ਵਿੱਚ ਆ ਜਾਂਦਾ ਹੈਗਾ। ਤਾਂ ਉਹਨਾਂ ਕੁਐਸਚਨ ਬਾਰੇ ਆਪਾਂ ਗੱਲ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਆਪਾਂ। ਪਹਿਲਾ ਕੁਐਸਚਨ ਹੈ, ਜਿਸਨੇ ਬੁੱਧੀ ਦਾ ਪਹਿਲਾ ਵਿਗਿਆਨਿਕ ਮਾਪ ਕੀਤਾ ਤਾਂ ਉਹ ਕਿਹੜਾ ਥਿੰਕਰ ਸੀ ਜਾਂ ਕਿਹੜਾ ਸਿਧਾਂਤਕਾਰ ਸੀ, ਕਿਹੜਾ ਸਾਈਕੋਲੋਜਿਸਟ ਸੀਗਾ ਜਿਹਨੇ ਬੁੱਧੀ ਦਾ ਵਿਗਿਆਨਿਕ ਮਾਪ ਕੀਤਾ ਸੀ? ਟਰਮਨ, ਥੋਰਨਡਾਈਕ, ਬਿਨੇ ਜਾਂ ਫਿਰ ਗਿਲਫੋਰਡ। ਤਾਂ ਬੁੱਧੀ ਦਾ ਤੁਹਾਨੂੰ ਪਤਾ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਆਪਣਾ ਆਨਸਰ ਦੇ ਸਕਦੇ ਹੋਗੇ। ਤਾਂ ਬੁੱਧੀ ਦਾ ਪਹਿਲਾ ਜਿਹੜਾ ਵਿਗਿਆਨਿਕ ਮਾਪ ਦਿੱਤਾ ਸੀਗਾ ਉਹ ਦਿੱਤਾ ਸੀ ਬਿਨੇ ਨੇ। ਠੀਕ ਹੈ, ਬੁੱਧੀ ਨੂੰ ਮਾਪਣ ਦੀ ਜਿਹੜੀ ਪਹਿਲੀ ਵਾਰ ਗੱਲ ਜਿਹੜੀ ਕੀਤੀ ਗਈ ਸੀਗੀ ਉਹ ਬਿਨੇ ਦੁਆਰਾ ਕੀਤੀ ਗਈ ਸੀ। 1905 ਦੇ ਵਿੱਚ ਇਹਨੇ ਇੱਕ ਬਿਨੇ ਟੈਸਟ ਬਣਾਇਆ ਸੀ ਜਿਹਨੂੰ ਬਾਅਦ ਦੇ ਵਿੱਚ ਸ਼ੋਧ ਕੀਤਾ ਗਿਆ। ਜਦੋਂ ਆਪਾਂ ਥਿਊਰੀ ਕਰਾਂਗੇ ਤਾਂ ਡਿਟੇਲ ਦੇ ਵਿੱਚ ਇਹਨੂੰ ਗੱਲ ਕਰਾਂਗੇ ਇਹਦੇ ਬਾਰੇ। ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਇੱਕ ਸਫਲ ਇੰਟੀਰੀਅਰ ਡਿਜ਼ਾਈਨਰ ਤੁਹਾਨੂੰ ਪਤਾ ਕੀ ਹੁੰਦਾ ਹੈ? ਜਿਹੜਾ ਅਲੱਗ-ਅਲੱਗ ਜਿਹੜੇ ਬਿਲਡਿੰਗਸ ਵਗੈਰਾ ਨੇ ਜਾਂ ਘਰਾਂ ਦੇ ਵਿੱਚ ਜਿਹੜੇ ਡਿਜ਼ਾਈਨ ਕਰਦੇ ਨੇਗੇ। ਇੱਕ ਇੰਟੀਰੀਅਰ ਡਿਜ਼ਾਈਨਰ ਦੇ ਵਿੱਚ ਕਿਸ ਤਰ੍ਹਾਂ ਦੀ ਸੂਝ ਪ੍ਰਬਲ ਹੁੰਦੀ ਹੈ, ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਕਿਸ ਪ੍ਰਕਾਰ ਦੀ ਉਹਦੇ ਅੰਦਰ ਜਿਹੜੀ ਹੈ ਬੁੱਧੀ ਉਹ ਪਾਈ ਜਾਂਦੀ ਹੈ? ਤਾਂ ਅਮੂਰਤ ਬੁੱਧੀ ਪਾਈ ਜਾਂਦੀ ਹੈ, ਮੂਰਤ ਬੁੱਧੀ ਪਾਈ ਜਾਂਦੀ ਹੈ, ਸਮਾਜਿਕ ਬੁੱਧੀ ਪਾਈ ਜਾਂਦੀ ਹੈ, ਜਾਂ ਉਹਦੇ ਅੰਦਰ ਆਮ ਬੁੱਧੀ ਪਾਈ ਜਾਂਦੀ ਹੈ? ਤਾਂ ਇਹਦਾ ਆਨਸਰ ਕੀ ਬਣਨਾ ਹੈ? ਕਿਉਂਕਿ ਜਿਹੜਾ ਇੱਕ ਡਿਜ਼ਾਈਨਰ ਹੈ ਤਾਂ ਉਹ ਆਪਣੀ ਕਲਪਨਾ ਦੇ ਆਧਾਰ ਦੇ ਉੱਪਰ ਕੀ ਕਰੂਗਾ? ਡਿਜ਼ਾਈਨ ਕਰੂਗਾ ਵੀ ਇੱਥੇ ਇਸ ਦੀਵਾਰ ਦੇ ਵਿੱਚ ਇਹ ਚੀਜ਼ ਵਧੀਆ ਲੱਗ ਸਕਦੀ ਹੈ ਜਾਂ ਇਸ ਕਮਰੇ ਦੇ ਅੰਦਰ ਇਹ ਚੀਜ਼ ਵਧੀਆ ਲੱਗ ਸਕਦੀ ਹੈ। ਤਾਂ ਇਹਦਾ ਆਨਸਰ ਬਣਨਾ ਹੈ ਜੀ ਅਮੂਰਤ ਬੁੱਧੀ। ਅਮੂਰਤ ਬੁੱਧੀ ਦਾ ਮਤਲਬ ਹੁੰਦਾ ਇੱਥੇ ਵੀ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਬਿਨਾਂ ਕੋਈ ਚੀਜ਼ ਸਾਹਮਣੇ ਹੋਏ ਅਸੀਂ ਆਪਣੇ ਵਿਚਾਰਾਂ ਨੂੰ ਪ੍ਰੈਜ਼ੈਂਟ ਕਰ ਸਕਦੇ ਹਾਂਗੇ, ਕਲਪਨਾ ਦੇ ਆਧਾਰ ਦੇ ਉੱਪਰ ਅਸੀਂ ਕਰ ਸਕਦੇ ਹਾਂ, ਅਨੁਮਾਨ ਲਾ ਸਕਦੇ ਹਾਂ, ਤਾਂ ਉਹਨੂੰ ਅਸੀਂ ਅਮੂਰਤ ਬੁੱਧੀ ਦਾ ਨਾਮ ਦੇ ਦਿੰਦੇ ਹਾਂ। ਤੇ ਇਹਦੇ ਅਕੋਰਡਿੰਗ ਆਨਸਰ ਬਣਨਾ ਹੈਗਾ ਅਮੂਰਤ ਬੁੱਧੀ। ਤੀਸਰਾ ਕੁਐਸਚਨ ਹੈ, ਬੁੱਧੀ ਦਾ ਸਰੋਤ ਹੈ। ਬੁੱਧੀ ਸਾਨੂੰ ਕਿੱਥੋਂ ਕਿੱਥੋਂ ਹਾਸਲ ਹੁੰਦੀ ਹੈ? ਤਾਂ ਇਹ ਅਨੁਵੰਸ਼ਿਕ ਹੈ। ਅਨੁਵੰਸ਼ਿਕ ਮੀਨਸ ਵੀ ਇਹ ਤੁਹਾਡੇ ਤੁਹਾਡੇ ਵੰਸ਼ ਤੋਂ ਹਾਸਲ ਹੁੰਦੀ, ਤੁਹਾਡੇ ਮਾਤਾ ਪਿਤਾ ਤੋਂ ਹਾਸਲ ਹੁੰਦੀ ਹੈ, ਜਾਂ ਫਿਰ ਇਹ ਸਿੱਖਿਆ ਦਾ ਪਰਿਣਾਮ ਹੈ, ਜਾਂ ਫਿਰ ਇਹ ਸਵੈ ਅਤੇ ਵਾਤਾਵਰਨ ਦਾ ਆਪਸੀ ਤਾਲਮੇਲ ਹੈ, ਜਾਂ ਫਿਰ ਉਪਰੋਕਤ ਸਾਰੇ। ਹੁਣ ਬਹੁਤ ਸਾਰੇ ਥਿੰਕਰ ਇਹ ਨੇ ਜਿਹੜੇ ਕਹਿੰਦੇ ਵੀ ਬੁੱਧੀ ਵੰਸ਼ ਦਾ ਪ੍ਰਭਾਵ ਇਹਦੇ ਉੱਪਰ ਪੈਂਦਾ ਹੈ, ਬੁੱਧੀ ਦੇ ਉੱਪਰ ਵਾਤਾਵਰਨ ਦਾ ਪ੍ਰਭਾਵ ਵੀ ਪੈਂਦਾ ਹੈ। ਠੀਕ ਹੈ, ਤੇ ਬੁੱਧੀ ਜਿਹੜੀ ਵਾਤਾਵਰਨ ਦੀ ਜੋ ਅਸੀਂ ਸਿੱਖਿਆ ਹਾਸਲ ਕਰਦੇ ਹਾਂ, ਸਿੱਖਿਆ ਦਾ ਪਰਿਣਾਮ ਵੀ ਹੈ। ਤਾਂ ਉਹਨਾਂ ਦੇ ਅਨੁਸਾਰ ਇਹ ਸਾਰੇ ਆਨਸਰ ਬਣਨੇ ਚਾਹੀਦੇ ਨੇ ਉਪਰੋਕਤ ਸਾਰੇ। ਅਨੁਵੰਸ਼ਿਕ ਵੀ ਇਹ, ਸਿੱਖਿਆ ਦਾ ਪਰਿਣਾਮ ਵੀ ਇਹ, ਸਵੈ ਅਤੇ ਵਾਤਾਵਰਨ ਦਾ ਆਪਸੀ ਤਾਲਮੇਲ ਵੀ ਹੈ। ਤਾਂ ਇਹਦਾ ਆਨਸਰ ਬਣਨਾ ਹੈ ਜੀ 4। ਅਗਲਾ ਕੁਐਸਚਨ ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਐਗਜ਼ਾਮ ਦੇ ਵਿੱਚ ਤੁਹਾਡੇ ਪੀਟੈਟ ਦੇ ਵਿੱਚ ਵੀ ਆ ਚੁੱਕਿਆ ਇਹ। ਜਿਸਨੇ ਬੁੱਧੀ ਦਾ ਦੋਹਰਾ ਸਿਧਾਂਤ ਦਿੱਤਾ ਹੈ, ਜਿਸਨੇ ਬੁੱਧੀ ਦਾ ਦੋਹਰਾ ਸਿਧਾਂਤ ਦਿੱਤਾ ਹੈ ਉਹ ਕੌਣ ਹੈ? ਕੀ ਸਾਈਮਨ ਨੇ ਦਿੱਤਾ ਹੈ, ਸਪੀਅਰਮੈਨ ਨੇ ਦਿੱਤਾ ਹੈ, ਗਿਲਫੋਰਡ ਨੇ ਦਿੱਤਾ ਹੈ, ਜਾਂ ਫਿਰ ਟਰਮਨ ਨੇ ਦਿੱਤਾ ਹੈ? ਤਾਂ ਇਹਦਾ ਆਨਸਰ ਬਣਨਾ ਹੈ ਜੀ ਇਹ ਸਿਧਾਂਤ ਦਿੱਤਾ ਸੀ ਸਪੀਅਰਮੈਨ ਨੇ। ਦੋ ਬੁੱਧੀ ਸਿਧਾਂਤ ਵੀ ਉਹਨੂੰ ਅਸੀਂ ਆਖ ਦਿੰਦੇ ਹਾਂ। ਤੇ ਜਿਹਦੇ ਵਿੱਚ ਉਹਨੇ ਅਗਲੇ ਕੁਐਸਚਨ ਦੇਖਦੇ ਹਾਂ ਆਪਾਂ ਕਿਹੜੀ ਕਿਹੜੀ ਗੱਲ ਕੀਤੀ ਹੈ। ਤਾਂ ਇਹਦਾ ਆਨਸਰ ਬਣਨਾ ਹੈਗਾ ਸਪੀਅਰਮੈਨ। ਜਿਸਨੇ ਬੁੱਧੀ ਦਾ ਦੋਹਰਾ ਸਿਧਾਂਤ ਦਿੱਤਾ ਹੈ ਤਾਂ ਉਹ ਸਪੀਅਰਮੈਨ ਨੇ ਸਿਧਾਂਤ ਦਿੱਤਾ ਸੀ। 5th ਕੁਐਸਚਨ ਹੈ, ਆਮ ਅਤੇ ਵਿਸ਼ੇਸ਼ ਕਾਰਕ ਸਿਧਾਂਤ ਦਾ ਪ੍ਰਤੀਪਾਦਨ ਕਿਸਨੇ ਕੀਤਾ ਹੈ? ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਇੱਥੇ ਜਰਨਲ ਕਾਰਕ ਤੇ ਐਸ ਕਾਰਕ, ਸਪੈਸੀਫਿਕ ਕਾਰਕ, ਜਰਨਲ ਇੰਟੈਲੀਜੈਂਸ ਤੇ ਵਿਸ਼ੇਸ਼ ਸਪੈਸੀਫਿਕ ਇੰਟੈਲੀਜੈਂਸ ਦੀ ਗੱਲ ਜਿਹੜੀ ਕੀਤੀ ਉਹ ਕਿਹਨੇ ਕੀਤੀ ਹੈ? ਅਲਫਰੈਡ ਬਿਨੇ ਨੇ ਕੀਤੀ ਹੈ, ਜਾਂ ਸਪੀਅਰਮੈਨ ਨੇ ਕੀਤੀ ਹੈ, ਜਾਂ ਗਿਲਫੋਰਡ ਨੇ ਕੀਤੀ ਹੈ, ਜਾਂ ਫਿਰ ਥਰਸਟਨ ਨੇ ਕੀਤੀ ਹੈ? ਤਾਂ ਇਹ ਲਾਸਟ ਕੁਐਸਚਨ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਸਪੀਅਰਮੈਨ ਨੇ ਸਿਧਾਂਤ ਦਿੱਤਾ ਸੀ ਉਸ ਸਿਧਾਂਤ ਦਾ ਨਾਮ ਸੀ ਜੀ ਕਾਰਕ ਜਾਂ ਐਸ ਕਾਰਕ ਜਾਂ ਫਿਰ ਦੋਹਰੀ ਬੁੱਧੀ ਸਿਧਾਂਤ। ਤਾਂ ਇੱਥੇ ਇਹਦਾ ਆਨਸਰ ਬਣਨਾ ਚਾਹੀਦਾ ਹੈ 2 ਆਨਸਰ। ਤਾਂ ਇਹਦਾ ਆਨਸਰ ਬਣੂਗਾ ਸਪੀਅਰਮੈਨ। ਨੈਕਸਟ ਹੈ, ਬੁੱਧੀ ਦਾ ਤਰਲ ਮੌਜ਼ਿਕ ਮਾਡਲ ਕਿਸਨੇ ਦਿੱਤਾ ਸੀ? ਬੁੱਧੀ ਦਾ ਤਰਲ ਮੌਜ਼ਿਕ ਮਾਡਲ ਦਿੱਤਾ ਸੀ ਕਿਹਨੇ? ਕੈਟਲ ਨੇ, ਗਿਲਫੋਰਡ ਨੇ, ਥਰਸਟਨ ਨੇ, ਜਾਂ ਫਿਰ ਸਪੀਅਰਮੈਨ ਨੇ? ਇੱਕ ਹੋਇਆ ਆਰਬੀ ਕੈਟਲ। ਆਰਬੀ ਕੈਟਲ ਨੇ
दो प्रकार की बुद्धि की गल की है। एक बुद्धि की गल की है तरल बुद्धि की, ते एक ठोस बुद्धि की गल की है। वो कहता भी जी तरल बुद्धि है ये सानू साडे वंश के विचों हासिल होंदी है, तो जी साडी ठोस बुद्धि है ये असी अपने वातावरण जां असी अपने आले दुआले तो अचीव करते हैं। कहना भी जे साडी वंशानुगत बुद्धि वधिया होगी तो फिर साडी उस बुद्धि का प्रभाव साडे वातावरण वाली बुद्धि ते ही पैंदा है। फिर असी वधिया तरीके नाल सीख सकते हैं, अपनी जिहड़ी ठोस बुद्धि उहदा जिहड़ा विकास है वधिया तरीके नाल कर सकते हैं। तो यदा आंसर की बनना चाहिए? यदा आंसर बनना चाहिए कैटल। आरबी कैटल फर्स्ट का आंसर बनूगा। 6 का कैटल बुद्धि का तरल मॉजिक मॉडल जिहड़ा दिता सी वो कैटल ने दिता सी। नैक्सट क्लास आप करते हैं एक प्रैक्टिकल बेस्ड क्वेश्चन आ जाता है। क्लास अध्यापक ने राघव नूं अपनी क्लास दे विच कीबोर्ड उपर जिहड़ा भी वो बेंच के उपर बैठा सी खुद का तैयार किया मधुर संगीत, इत्थे संगीत आना आंसर, संगीत बजाउंदे होए देखिया। क्लास विच अध्यापक ने विचार किया कि राघव दे विच डैश बुद्धि उच्च पद्धरी सी, मतलब बड़ा सोहना वो संगीत बजा रहा सीगा अपने कीबोर्ड के उपर, जिहदे उपर वो बेंच कह लो या बैठा सी, जिहदे उपर डैस्क के उपर बैठा सीगा। ਤਾਂ ਅਧਿਆਪਕ ਨੇ ਕੀ ਵਿਚਾਰ ਕੀਤਾ ਕਿ ਰਾਘਵ ਦੇ ਵਿੱਚ ਇੱਕ ਉੱਚ ਲੈਵਲ ਦੀ ਬੁੱਧੀ ਹੋ ਸਕਦੀ, ਕਿਸ ਪ੍ਰਕਾਰ ਦੀ ਬੁੱਧੀ ਹੋ ਸਕਦੀ? ਕੀ ਉਹਦੇ ਅੰਦਰ ਸਥਾਨਕ ਬੁੱਧੀ ਹੈ, ਸਪੈਸ਼ਲ ਇੰਟੈਲੀਜੈਂਸ ਹੈ, ਕੀ ਉਹਦੇ ਅੰਦਰ ਸਰੀਰਕ ਬੁੱਧੀ ਹੈ, ਫਿਜ਼ੀਕਲ ਇੰਟੈਲੀਜੈਂਸ ਹੈ, ਕੀ ਉਹਦੇ ਅੰਦਰ ਮਿਊਜ਼ੀਕਲ ਇੰਟੈਲੀਜੈਂਸ ਹੈ, ਜਾਂ ਉਹਦੇ ਅੰਦਰ ਭਾਸ਼ਾਈ ਬੁੱਧੀ ਹੈ? ਤਾਂ ਇਹ ਜਿਹੜਾ ਸਿਧਾਂਤ ਹੈ ਜੀ ਇਹ ਹਾਵਰਡ ਗਾਰਡਨਰ ਦਾ ਹੈ, ਜਿਹਨੇ 7 ਬੁੱਧੀ ਸਿਧਾਂਤ ਦੀ ਸੰਕਲਪਨਾ ਕੀਤੀ ਸੀ ਤੇ ਉਸ ਬੁੱਧੀ ਦੇ ਸਿਧਾਂਤ ਦੇ ਵਿੱਚ ਉਹਨੇ ਗੱਲ ਕਹੀ ਸੀ ਵੀ ਵਿਅਕਤੀ ਦੇ ਅੰਦਰ ਸੰਗੀਤਕ ਬੁੱਧੀ ਜਿਹੜੀ ਹੈ ਉਹ ਪਾਈ ਜਾਂਦੀ ਹੈ। ठीक है, किस प्रकार के व्यक्तियों के अंदर पाई जाती है? जिन्हों के अंदर कोई ना कोई संगीत बजाने की, जोड़े संगीतकार हो गए, ठीक है, गायक हो गए, उन्होंने अंदर इस प्रकार की जी काबिलियत पाई जाती है, तो उन्होंने कैटागरी च रखा सी संगीतक बुद्धि वाले ने। तो यह आंसर बनना चाहिए सी, संगीतक बुद्धि। नैक्सट है 8th नंबर क्वेश्चन देखो। थॉर्नडाइक की बुद्धि का सिद्धांत है एकता, दोहरा, तीन आयामी या बहुलता। तो इत्थे दा आंसर बनूगा जी 3 आयामी, क्योंकि थॉर्नडाइक ने 3 आयामी बुद्धि का जो संकल्पना की थी, 3 प्रकार की बुद्धि की उन्हें गल की सी। आप देखते हैं कि बुद्धि की गल की उन्हें। नैक्सट क्वेश्चन देख लें आप 9th नंबर क्वेश्चन के। थॉर्नडाइक के अनुसार बुद्धि के प्रकार हैं। थॉर्नडाइक के अनुसार बुद्धि के किहड़े प्रकार ने? मकैनिकल, समाजिक बुद्धि, अमूर्त बुद्धि। जिहड़ी मकैनिकल बुद्धि है इनू असीं मूर्त बुद्धि भी आख दिंदे हां। तो मकैनिकल, समाजिक, अमूर्त या उपरोक्तक तिने। लास्ट क्वेश्चन दी आपां इह गल कीती सी भी थॉर्नडाइक ने बुद्धि के 3 प्रकारां दी गल कीती है, 3 प्रकार की गल कीती है। तो किहड़े प्रकार ने? वो मूर्त बुद्धि भी है, समाजिक बुद्धि भी है जिन्होंने असीं मकैनिकल इंटैलीजेंस का नाम देने, तो एक अमूर्त बुद्धि भी है। तो इसका आंसर बनना चाहिए 4th नंबर आंसर। गाइस ये क्वेश्चन तुहाडे वास्ते तुहाडे एग्जाम दे विच बहुत इंपोर्टेंट होने वाले ने, क्योंकि एग्जाम काफ़ी आ चुके ने तुहाडे, ते इस करके क्वेश्चन काफ़ी इंपोर्टेंट ने। सी टैट का देखो पेपर आ रहा है, एच टैट का पेपर होना, पी टैट का पेपर होना है, तो वो क्वेश्चन एज इट इज़ पूछे आ सकते हैं, या फिर ये आधार के उपर क्वेश्चन जो पूछे आ सकते हैं। नैक्सट क्वेश्चन की आप गल करते हैं 10th नंबर क्वेश्चन की। गिलफोर्ड, गिलफोर्ड के बुद्धि संबंधी मॉडल के कुल किन्ने खाने हैं, या किन्ने खाने सन? इत्थे सन आंसर ज़्यादा बैटर सीगा क्वेश्चन इहदा। तो 3 खानियां की गल करता है वो, जां 144 खानियां की गल करता है, 160 की गल करता है, या 120 खानियां की गल करता है? तो ये अकॉर्डिंग ऑप्शन के अकॉर्डिंग यदा आंसर बनना चाहिए 120, क्योंकि गिलफोर्ड ने 3 आयामी बुद्धि का सिद्धांत दिता सी। तो वो की सी? वो कहना भी जदों साडे सामने कोई समस्या आ जाती है तो कोई भी व्यक्ति अपनी 3 आयामी बुद्धि या त्रैपक्षी बुद्धि के नाल जिहड़ा गा अपनी समस्या का हल करता है। पहला सी विषय वस्तु, दूसरा सी संकिरिया, ते तीसरा उन्हें गल की उत्पाद की। उत्पाद की जदों शुरुआती इन्हें सिद्धांत का निर्माण किया तो उस टाइम ये जोड़ा इनू असी बॉक्स मॉडल भी कह दें, संरचनावादी सिद्धांत भी आख दें। तो उस टाइम ये खाने बनते थे 120, पर क्योंकि उन्हें विषा वस्तु को वधाता, संकिरिया उत्पाद को वधाया सी। इहदे विच एक जिवें उन्हें 5 प्रकार के विषा वस्तु की गल की है, 6 प्रकार की ऑपरेशन की गल की है, संकिरिया की गल की है, तो 5 प्रकार के जिहड़े ने वो उत्पाद की गल की, 6 प्रकार के उत्पाद की गल की है। ठीक है, तो 5 गुणा 6 30, तो जो असीं इहनूं दोबारा उत्पाद के नाल मल्टीप्लाई करांगे
ਤਾਂ ਇਹਦਾ ਆਨਸਰ ਆਊਗਾ 180। ਤਾਂ ਐਟ ਪ੍ਰੈਜੈਂਟ ਇਹਦਾ ਆਨਸਰ ਜਿਹੜਾ ਬਣਨਾ ਚਾਹੀਦਾ ਉਹ 180 ਬਣਨਾ ਚਾਹੀਦਾ। 180 ਖਾਨਿਆਂ ਦੀ ਇਹਨੇ ਗੱਲ ਜਿਹੜੀ ਸੀ ਉਹ ਕੀਤੀ ਸੀ ਗਿਲਫੋਰਡ ਨੇ। ਨੈਕਸਟ ਵੱਧਦੇ ਆ। ਗਾਰਡਨਰ ਨੇ ਬਹੁਤ ਬੁੱਧੀ ਸਿਧਾਂਤ ਦਿੱਤਾ ਹੈਗਾ। ਗਾਰਡਨਰ ਨੇ ਵਰਤਮਾਨ ਦੇ ਵਿੱਚ ਬੁੱਧੀ ਦੇ ਕੁੱਲ ਕਿੰਨੇ ਪ੍ਰਕਾਰ ਦੱਸੇ ਹਨ? ਅਸਲ ਦੇ ਵਿੱਚ 7 ਅਤੇ ਵਰਤਮਾਨ ਦੇ ਵਿੱਚ 9। ਅਸਲ ਵਿੱਚ 9 ਅਤੇ ਵਰਤਮਾਨ ਦੇ ਵਿੱਚ ਵੀ 9 ਨੇ। ਅਸਲ ਦੇ ਵਿੱਚ 7 ਅਤੇ ਵਰਤਮਾਨ ਦੇ ਵਿੱਚ 10 ਨੇ। ਅਸਲ ਵਿੱਚ 10 ਨੇ ਤੇ ਵਰਤਮਾਨ ਦੇ ਵਿੱਚ ਇਹਦੇ 9 ਨੇਗੇ। ਗਾਰਡਨਰ ਦੇ ਸਿਧਾਂਤ ਨੂੰ ਅਸੀਂ 7 ਬੁੱਧੀ ਸਿਧਾਂਤ ਵੀ ਆਖ ਦਿੰਦੇ ਹਾਂ। 7 ਬੁੱਧੀ ਸਿਧਾਂਤ। 7 ਬੁੱਧੀਆਂ ਤੋਂ ਬਾਅਦ ਇਹਨੇ 1998 ਦੇ ਵਿੱਚ ਇੱਕ ਨਵੀਂ ਬੁੱਧੀ ਜੋੜਤੀ ਸੀ, ਕੁਦਰਤੀ ਬੁੱਧੀ। 2000 ਸਾਲ ਦੇ ਵਿੱਚ ਆ ਕੇ ਇਹਨੇ ਇੱਕ ਹੋਰ ਆਪਣੀ ਬੁੱਧੀ ਜੋੜਤੀ ਸੀ ਜਿਹਨੂੰ ਅਸੀਂ ਬੋਲਦੇ ਹਾਂ ਰਹੱਸਵਾਦੀ ਬੁੱਧੀ ਜਾਂ ਅਸਤਿਤਵਵਾਦੀ ਬੁੱਧੀ, ਐਕਸਟੈਂਸ਼ਨਲ ਇੰਟੈਲੀਜੈਂਸ। ਠੀਕ ਹੈ, ਤੇ ਇਸ ਕਰਕੇ ਜਿਹੜਾ ਸ਼ੁਰੂਆਤੀ ਇਹਦਾ ਸਿਧਾਂਤ ਸੀ ਉਹ 7 ਬੁੱਧੀ ਸਿਧਾਂਤ ਸੀ ਤੇ ਵਰਤਮਾਨ ਦੇ ਵਿੱਚ ਉਹਦਾ ਸਿਧਾਂਤ 9 ਬੁੱਧੀ ਸਿਧਾਂਤ ਹੋ ਗਿਆ। ਤਾਂ ਇਹਦੇ ਅਨੁਸਾਰ ਜਿਹੜਾ ਆਨਸਰ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਫਸਟ। ਅਸਲ ਵਿੱਚ 7 ਅਤੇ ਵਰਤਮਾਨ ਦੇ ਵਿੱਚ 9 ਬੁੱਧੀ ਸਿਧਾਂਤ। ਜਿਸ ਨੇ ਸਭ ਤੋਂ ਪਹਿਲਾਂ ਬੁੱਧੀ ਦਾ ਵਿਚਾਰ ਦਿੱਤਾ ਤਾਂ ਇਹਨਾਂ ਚੋਂ ਕੌਣ ਸੀ? ਬਿਨੇ ਸੀ, ਟਰਮਨ ਸੀ, ਟਰਮਨ, ਫਰੇਬਲ ਸੀ ਜਾਂ ਫਿਰ ਕੋਲਰ ਸੀ? ਤਾਂ ਇਹਨੇ ਬੁੱਧੀ ਦਾ ਵਿਚਾਰ ਦਿੱਤਾ ਸੀ। ਇੱਥੇ ਦਾ ਆਨਸਰ ਬਣਨਾ ਚਾਹੀਦਾ ਬਿਨੇ। ਬਿਲਕੁਲ ਸਿੰਪਲ ਕੁਐਸਚਨ ਸੀਗਾ, ਇਹਦਾ ਆਨਸਰ ਬਿਨੇ। ਮਾਨਸਿਕ ਉਮਰ ਦੀ ਧਾਰਨਾ ਨੂੰ ਵਿਕਸਿਤ ਕੀਤਾ ਸੀ। ਮਾਨਸਿਕ ਉਮਰ ਦੀ ਮੈਂਟਲ ਏਜ ਦੀ ਧਾਰਨਾ ਨੂੰ ਇੱਥੇ ਵਿਕਸਿਤ ਕੀਤਾ ਗਿਆ ਸੀਗਾ ਕਿਹਦੇ ਵੱਲੋਂ? ਬਿਨੇ ਵੱਲੋਂ, ਟਰਮਨ ਵੱਲੋਂ, ਗਾਰਨਰ ਵੱਲੋਂ ਜਾਂ ਫਿਰ ਕੈਟਲ ਵੱਲੋਂ। ਤਾਂ ਇਹਦਾ ਆਨਸਰ ਵੀ ਪਿਛਲੇ ਕੁਐਸਚਨ ਵਾਲਾ ਹੀ ਆਨਸਰ ਬਣੂਗਾ ਇਹਦਾ। ਇਹ ਵੀ ਦਿੱਤਾ ਸੀ ਬਿਨੇ ਨੇ, ਇਹਦਾ ਆਨਸਰ ਬਿਨੇ ਹੈ। ਨੈਕਸਟ ਹੈ ਬੁੱਧੀ ਦੀ ਗਣਨਾ ਕਰਨ ਦਾ ਸੂਤਰ ਹੈ। ਬੁੱਧੀ ਦੀ ਗਣਨਾ ਅਸੀਂ ਕਰਦੇ ਹੁੰਦੇ ਹਾਂ, ਜਿਵੇਂ ਅਸੀਂ ਜੇ ਆਈਕਿਊ ਦੱਸਣਾ ਹੋਵੇ ਤਾਂ ਅਸੀਂ ਉਹਨੂੰ ਕਿਵੇਂ ਦੱਸਦੇ ਹੁੰਦੇ ਹਾਂ? ਤਾਂ ਉਹਦਾ ਫਾਰਮੂਲਾ ਕੀ ਹੈ? ਮਾਨਸਿਕ ਉਮਰ ਮਤਲਬ ਮੈਂਟਲ ਏਜ ਵਟਾ ਕ੍ਰੋਨੋਲੋਜੀਕਲ ਏਜ ਵਟਾ CA ਵਾਸਤਵਿਕ ਉਮਰ ਗੁਣਾ 100। ਸੈਕਿੰਡ ਹੈ ਵਾਸਤਵਿਕ ਉਮਰ, ਮਾਨਸਿਕ ਉਮਰ ਗੁਣਾ 100, ਮਾਨਸਿਕ ਉਮਰ ਗੁਣਾ ਵਾਸਤਵਿਕ ਉਮਰ, ਮਾਨਸਿਕ ਉਮਰ ਗੁਣਾ ਵਾਸਤਵਿਕ ਉਮਰ ਵਟਾ 100। ਤਾਂ ਇਹਦਾ ਆਨਸਰ ਕੀ ਬਣਨਾ ਚਾਹੀਦਾ ਹੈ? ਦੇਖੋ ਜਿਹੜਾ ਫਾਰਮੂਲਾ ਦਿੱਤਾ ਸੀਗਾ ਇਹ IQ ਬਰਾਬਰ ਹੈ ਮੈਂਟਲ ਏਜ ਵਟਾ ਕ੍ਰੋਨੋਲੋਜੀਕਲ ਏਜ ਮਲਟੀਪਲਾਈ 100। ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਹੈ ਫਸਟ ਆਨਸਰ। ਤਾਂ 14 ਦਾ ਜਿਹੜਾ ਆਨਸਰ ਬਣਦਾ ਹੈਗਾ ਉਹ ਬਣਦਾ ਫਸਟ ਆਨਸਰ। ਨੈਕਸਟ ਹੈ ਬੁੱਧੀ ਦਾ ਸੰਕਲਪ ਕਨਸੈਪਟ ਕਿਸ ਨੇ ਵਿਕਸਿਤ ਕੀਤਾ ਸੀ? ਸੰਕਲਪ ਜਿਹੜਾ ਵਿਕਸਿਤ ਕੀਤਾ ਸੀਗਾ ਤਾਂ ਉਹ ਜਿਹੜਾ ਆਨਸਰ ਬਣੂਗਾ ਇਹਦਾ ਸਟਰਨ, ਬਿਨੇ, ਟਰਮਨ ਜਾਂ ਸਪੀਅਰਮੈਨ। ਤਾਂ ਇਹਦਾ ਸੇਮ ਆਨਸਰ ਬਣ ਰਿਹਾ ਜੀ ਬਿਨੇ। ਜੇ ਤੁਹਾਨੂੰ ਪੁੱਛਦਾ ਬੁੱਧੀ ਲਬਧੀ ਦਾ ਕਨਸੈਪਟ ਕਿਹਨੇ ਦਿੱਤਾ ਸੀਗਾ? IQ ਦਾ ਬੁੱਧੀ ਲਬਧੀ, ਤਾਂ ਉਹਦਾ ਆਨਸਰ ਬਣੂਗਾ ਫਿਰ ਟਰਮਨ। ਠੀਕ ਹੈ, ਬੁੱਧੀ ਦਾ ਸੰਕਲਪ ਬਿਨੇ ਵੱਲੋਂ ਆਏਗਾ ਤੇ IQ ਦਾ ਜਿਹੜਾ ਕਨਸੈਪਟ ਆਇਆ ਸੀ ਉਹ ਟਰਮਨ ਵੱਲੋਂ ਆਇਆ ਸੀਗਾ। ਨੈਕਸਟ ਕੁਐਸਚਨ, ਇੱਕ ਬਾਲਕ ਜਿਸ ਦੀ ਮਾਨਸਿਕ ਉਮਰ 12 ਸਾਲ ਅਤੇ ਅਸਲ ਉਮਰ 10 ਸਾਲ ਹੈ ਉਸ ਦੀ ਬੁੱਧੀ ਕਿੰਨੀ ਹੋਵੇਗੀ ਜਾਂ ਉਸ ਦਾ ਜਿਹੜਾ IQ ਹੋਵੇਗਾ ਉਹ ਇੰਟੈਲੀਜੈਂਸ ਕੁਇਟੈਂਟ ਕਿੰਨਾ ਹੋਵੇਗਾ? ਤਾਂ 128, 120, 110 ਤੇ ਜਾਂ 83 ਹੋਵੇਗਾ। ਅਸੀਂ ਕੀ ਕਰਦੇ ਹਾਂ? IQ ਪਤਾ ਕਰਨ ਦੇ ਲਈ ਕੀ ਕਰਦੇ ਹਾਂ? ਮੈਂਟਲ ਏਜ ਵਟਾ ਕ੍ਰੋਨੋਲੋਜੀਕਲ ਏਜ ਮਲਟੀਪਲਾਈ ਉਹਨੂੰ 100 ਦੇ ਨਾਲ ਕਰ ਦਿੰਦੇ ਹਾਂ। ਠੀਕ ਹੈ, ਤਾਂ ਇਹਦੀ ਮੈਂਟਲ ਏਜ ਕਿੰਨੀ ਦੱਸੀ ਹੈ? 12 ਸਾਲ। ਅਸਲ ਉਮਰ ਕਿੰਨੀ ਦੱਸੀ ਹੈ? 10 ਸਾਲ। ਤਾਂ ਇਹਨੂੰ ਅਸੀਂ ਇਹਦੇ ਨਾਲ ਮਲਟੀਪਲਾਈ ਕਰ ਦਾਂਗੇ ਤਾਂ 1200 ਡਿਵਾਈਡ 10 ਦੇ ਨਾਲ। ਠੀਕ ਹੈ, ਤਾਂ ਇਹਦੀ ਜਿਹੜੀ IQ ਆ ਗਿਆ ਉਹ ਕਿੰਨਾ ਆ ਗਿਆ? 120 ਆ ਗਿਆ। ਤਾਂ ਇਹਦਾ ਆਨਸਰ ਬਣ ਜੂਗਾ ਸਾਡਾ 120 ਆਨਸਰ। ਨੈਕਸਟ ਕੁਐਸਚਨ ਹੈ ਇੱਕ ਬੁੱਧੀ ਨੂੰ ਮਾਪਣ ਦੇ ਲਈ ਬਹੁਤ ਸਾਰੇ ਟੈਸਟ ਵਗੈਰਾ ਹੁੰਦੇ ਨੇ, ਤਾਂ ਉਹਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਵੀ ਜਿਹੜਾ ਭਾਟੀਆ ਬੈਟਰੀ ਦਾ ਜਿਹੜਾ ਪ੍ਰਯੋਗ ਹੈ, ਠੀਕ ਹੈ, ਉਹ ਅਸੀਂ ਕਿਹੜੇ ਸਾਧਨ ਲਈ ਕੀਤਾ ਜਾਂਦਾ ਜਾਂ ਕਿਸ ਨੂੰ ਮਾਪਣ ਦੇ ਲਈ? ਮਾਪਣ ਲਈ ਇੱਥੇ ਮਾਪਣ ਲਈ ਕੀਤਾ ਜਾਂਦਾ। ਇੱਥੇ ਭਾਟੀਆ ਬੈਟਰੀ ਦਾ ਪ੍ਰਯੋਗ ਕਿਸ ਤੇ ਮਾਪਣ ਲਈ ਕੀਤਾ ਜਾਂਦਾ ਹੈ? ਤਾਂ ਉਹ ਤੁਹਾਡੀ ਪਰਸਨੈਲਿਟੀ ਨੂੰ ਮਾਪਣ ਲਈ ਕੀਤਾ ਜਾਂਦਾ, ਤੁਹਾਡੀ ਰੁਚੀ ਨੂੰ ਮਾਪਣ ਲਈ ਕੀਤਾ ਜਾਂਦਾ, ਤੁਹਾਡੀ ਬੁੱਧੀ ਨੂੰ ਮਾਪਣ ਲਈ ਕੀਤਾ ਜਾਂਦਾ, ਜਾਂ ਫਿਰ ਤੁਹਾਡੀ ਸਮਰੱਥਾ ਨੂੰ, ਤੁਹਾਡੀ ਸਟਰੈਂਥ ਨੂੰ ਮਾਪਣ ਦੇ ਲਈ ਕੀਤਾ ਜਾਂਦਾ ਹੈ। ਤਾਂ ਇਹਦੇ ਅਕੋਰਡਿੰਗ ਆਨਸਰ ਤੁਹਾਡਾ ਸਪਸ਼ਟ ਹੈ, ਕਲੀਅਰ ਹੈ ਆਨਸਰ ਇਹਦਾ ਆਨਸਰ ਆਊਗਾ ਬੁੱਧੀ। ਟਰਮਨ ਦੇ ਅਨੁਸਾਰ ਜਿਹੜੇ ਪ੍ਰਤਿਭਾਸ਼ਾਲੀ ਬਾਲਕ ਨੇ, ਕਿਉਂਕਿ IQ ਦਾ ਜਿਹੜਾ ਕਨਸੈਪਟ ਦਿੱਤਾ ਸੀ ਤੇ ਇਹਦਾ ਵਰਗੀਕਰਨ ਜਿਹੜਾ ਕੀਤਾ ਸੀਗਾ ਉਹ ਟਰਮਨ ਨੇ ਕੀਤਾ ਸੀ। ਟਰਮਨ ਕਹਿੰਦਾ ਵੀ ਪ੍ਰਤਿਭਾਸ਼ਾਲੀ ਬਾਲਕ ਕਿਹੜੇ ਹੁੰਦੇ ਨੇ? 140 ਤੋਂ ਉੱਪਰ ਵਾਲੇ ਬੱਚੇ, 120 ਤੋਂ ਲੈ ਕੇ 125 ਵਾਲੇ ਬੱਚੇ, 110 ਤੋਂ ਲੈ ਕੇ 115 ਵਾਲੇ ਬੱਚੇ ਜਾਂ 110 ਤੋਂ ਹੇਠਾਂ ਵਾਲੇ ਬੱਚੇ। ਤਾਂ ਤੁਸੀਂ ਦੱਸੋ ਇਹਦਾ ਆਨਸਰ ਕੀ ਬਣਨਾ ਚਾਹੀਦਾ ਹੈ? ਕਿਉਂਕਿ ਉਹਨੇ ਗੱਲ ਕੀਤੀ ਹੈ ਵੀ 140 ਤੋਂ ਉੱਪਰ ਜਿਹੜੇ ਬੱਚਿਆਂ ਦਾ ਸਕੋਰ ਬਣਦਾ IQ ਦਾ
ਉਹਨੂੰ ਉਹ ਪ੍ਰਤਿਭਾਸ਼ਾਲੀ ਬਾਲਕਾਂ ਦੀ ਕੈਟਾਗਰੀ ਦੇ ਵਿੱਚ ਰੱਖਦਾ ਹੁੰਦਾ ਹੈ। ਇਹਦੇ ਨਾਲ ਹੀ ਜੁੜਿਆ ਕੁਐਸਚਨ ਇੱਕ, ਪਛੜੇ ਬੱਚਿਆਂ ਦੇ ਵਿੱਚ ਬੁੱਧੀ ਹੁੰਦੀ ਹੈ 100 ਤੋਂ ਜ਼ਿਆਦਾ, 80 ਤੋਂ 90 ਦੇ ਵਿਚਕਾਰ, 70 ਤੋਂ ਘੱਟ ਤਾਂ ਜਾਂ ਫਿਰ ਕੋਈ ਨਹੀਂ। ਤਾਂ ਬੜਾ ਸਿੰਪਲ ਜਿਹਾ ਕੁਐਸਚਨ ਹੈ ਇਹ। ਵਰਗੀਕਰਨ ਆਪਾਂ ਕਰਾਂਗੇ ਕਲਾਸ ਦੇ ਵਿੱਚ, ਦੇਖਾਂਗੇ ਆਪਾਂ। ਤਾਂ ਇਹਦਾ ਆਨਸਰ ਬਣਨਾ ਸੈਕਿੰਡ, 80 ਤੋਂ 90 ਦੇ ਵਿਚਕਾਰ ਜਿਹੜੇ ਬੱਚੇ ਆਉਂਦੇ ਨੇਗੇ IQ ਦੇ ਵਿੱਚ, ਜਿਹੜੇ ਬੱਚੇ ਆਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਸਕੋਰ ਹੈ ਉਹ 80 ਤੋਂ 90 ਆਉਂਦਾ। ਉਹ ਕਿਹੜੇ ਬੱਚੇ ਅਖਵਾਉਂਦੇ ਨੇ? ਉਹ ਪਛੜੇ ਬੱਚੇ ਜਾਂ ਬੈਕਵਰਡ ਬੱਚੇ ਅਖਵਾਉਂਦੇ ਨੇ। ਨੈਕਸਟ ਹੈ ਭਾਵਨਾਤਮਕ ਬੁੱਧੀ ਦਾ ਮਤਲਬ ਹੈ ਇੱਥੇ। ਬੜਾ ਵਧੀਆ ਕੁਐਸਚਨ ਹੈ ਇਹ। ਭਾਵਨਾ ਨੂੰ ਪਹਿਚਾਨਣ ਦੀ ਸਮਰੱਥਾ ਜਾਂ ਸਮਤਾ, ਭਾਵਨਾ ਨੂੰ ਸਮਝਣ ਦੀ ਸ਼ਮਤਾ, ਭਾਵਨਾ ਨੂੰ ਨਿਯੰਤਰਣ ਰੱਖਣ ਦੀ ਸਮਝਾ ਜਾਂ ਉਪਰੋਕਤ ਸਾਰੇ। ਹੁਣ ਦੇਖੋ ਇੱਥੇ ਇਮੋਸ਼ਨਲ ਇੰਟੈਲੀਜੈਂਸ ਦੀ ਗੱਲ ਕੀਤੀ ਹੈ ਜਾਂ ਸੰਵੇਗਾਤਮਕ ਬੁੱਧੀ ਦੀ ਗੱਲ ਕੀਤੀ ਹੈ। ਤਾਂ ਇੱਥੇ ਜੇ ਅਸੀਂ ਕਿਸੇ ਦੀ ਭਾਵਨਾ ਨੂੰ ਪਛਾਣਦੇ ਹਾਂ, ਭਾਵਨਾ ਨੂੰ ਸਮਝਦੇ ਹਾਂ ਜਾਂ ਭਾਵਨਾ ਨੂੰ ਆਪਣੀ ਭਾਵਨਾ ਨੂੰ ਕੰਟਰੋਲ ਕਰਦੇ ਹਾਂ, ਆਪਣੇ ਸੰਵੇਗਾਂ ਨੂੰ ਕੰਟਰੋਲ ਕਰਦੇ ਹਾਂ, ਤਾਂ ਇਮੋਸ਼ਨਲ ਇੰਟੈਲੀਜੈਂਸ ਦੇ ਵਿੱਚ ਤਿੰਨੇ ਆ ਜਾਂਦੇ ਨੇ। ਠੀਕ ਹੈ, ਵੀ ਅਸੀਂ ਕਿਸੇ ਦੀ ਭਾਵਨਾ ਨੂੰ ਪਛਾਣ ਕਰ ਸਕੀਏ ਵੀ ਉਹ ਉਦਾਸ ਹੈ ਜਾਂ ਉਹ ਡਿਪਰੈਸ਼ਨ ਦੇ ਵਿੱਚ ਹੈ, ਦੂਸਰੇ ਦੀ ਭਾਵਨਾ ਨੂੰ ਸਮਝ ਸਕੀਏ ਵੀ ਉਹ ਕਿਹੜੀ ਪੋਜੀਸ਼ਨ ਦੇ ਵਿੱਚ ਹੈ। ਠੀਕ ਹੈ, ਤੇ ਆਪਣੀ ਭਾਵਨਾ ਨੂੰ ਜਾਂ ਆਪਣੇ ਸੰਵੇਗਾਂ ਨੂੰ ਅਸੀਂ ਕੰਟਰੋਲ ਕਰ ਸਕੀਏ। ਤਾਂ ਇਹਨਾਂ ਨੂੰ ਸਾਰਿਆਂ ਨੂੰ ਕੀ ਦੱਸਿਆ ਸੀ ਉਹਨੇ, ਕਿਹਨੇ ਦੱਸਿਆ ਸੀ, ਉਹ ਆਪਾਂ ਅੱਗੇ ਗੱਲ ਕਰਦੇ ਹਾਂ। ਇਹਦਾ ਆਨਸਰ ਬਣਨਾ ਫੋਰਥ। ਤਾਂ ਇਹਦਾ ਆਨਸਰ ਫੋਰਥ ਬਣਨਾ, ਭਾਵਨਾਤਮਕ ਬੁੱਧੀ ਦਾ ਅਰਥ ਜਿਹੜਾ ਇੱਥੇ ਉਹ ਤਿੰਨੇ ਆਣਾ ਇਹਦਾ। ਸਭ ਤੋਂ ਪਹਿਲਾਂ ਭਾਵਨਾਤਮਕ ਬੁੱਧੀ ਦਾ ਜਿਹੜਾ ਕੰਸੈਪਟ ਦਿੱਤਾ ਸੀ ਉਹ ਕਿਸ ਨੇ ਪੇਸ਼ ਕੀਤਾ ਸੀ? ਤਾਂ ਗੋਲਮੈਨ ਨੇ, ਸੈਲੋਵੀ, ਠੀਕ ਹੈ, ਜੌਨ ਸੈਲੋਵੀ ਜਾਂ ਮੇਅਰ ਨੇ ਪੇਸ਼ ਕੀਤਾ ਸੀਗਾ, ਜਾਂ ਫਿਰ ਜਿਲਮੌਨ ਨੇ, ਜਾਂ ਫਿਰ ਹੈਚ ਨੇ ਪੇਸ਼ ਕੀਤਾ ਸੀ। ਤਾਂ ਜਿਹੜਾ ਸਿਧਾਂਤ ਦਿੱਤਾ ਸੀ ਇਮੋਸ਼ਨਲ ਇੰਟੈਲੀਜੈਂਸ ਦਾ, ਇਹ ਦਿੱਤਾ ਸੀਗਾ ਸੈਲੋਵੀ ਤੇ ਜੌਨ ਮੇਅਰ ਨੇ ਦਿੱਤਾ ਸੀਗਾ। ਤੇ ਜਿਹੜਾ ਗੋਲਮੈਨ ਹੈ, ਗੋਲਮੈਨ ਵੀ ਇਹਨਾਂ ਨਾਲ ਜੁੜਿਆ ਹੋਇਆ ਹੈਗਾ, ਪਰ ਗੋਲਮੈਨ ਨੇ ਇਹਦੇ ਵਿੱਚ ਮਿਕਸ ਮਾਡਲ ਦਿੱਤਾ ਸੀ। ਮਿਕਸ ਮਾਡਲ ਦਾ ਜਿਹੜਾ ਸਿਧਾਂਤ ਦਿੱਤਾ ਸੀ ਉਹ ਕਿਹਨੇ ਦਿੱਤਾ ਸੀਗਾ? ਉਹ ਦਿੱਤਾ ਸੀ ਗੋਲਮੈਨ ਨੇ। ਠੀਕ ਹੈ, ਵੈਸੇ ਜੇ ਤੁਹਾਨੂੰ ਪੁੱਛੂਗਾ ਕਿ ਭਾਵਨਾਤਮਕ ਬੁੱਧੀ ਦਾ, ਸੰਵੇਗਾਤਮਕ ਬੁੱਧੀ ਦਾ ਜਿਹੜਾ ਕੰਸੈਪਟ ਦਿੱਤਾ ਸੀ ਤਾਂ ਕਿਹਨੇ ਦਿੱਤਾ ਸੀ? ਤਾਂ ਉਹ ਸੈਲੋਵੀ ਅਤੇ ਮੇਅਰ ਨੇ ਦਿੱਤਾ ਸੀ। ਪਰ ਜੇ ਮਿਕਸ ਮਾਡਲ ਦੀ ਗੱਲ ਕਰਦਾ ਹੈ ਸੰਵੇਗਾਤਮਕ ਬੁੱਧੀ ਦੇ ਵਿੱਚ, ਤਾਂ ਉਹ ਦਿੱਤਾ ਗਿਆ ਸੀ ਗੋਲਮੈਨ ਵੱਲੋਂ। ਨੈਕਸਟ ਕੁਐਸਚਨ ਹੈ 22 ਨੰਬਰ ਕੁਐਸਚਨ, ਬਹੁ ਬੁੱਧੀ ਸਿਧਾਂਤ ਦੇ ਸੰਦਰਭ ਦੇ ਵਿੱਚ ਜਿਹੜੇ 에ਅਰਫੋਰਸ ਪਾਇਲਟ ਨੇ, ਹੇਠ ਲਿਖਿਆਂ ਵਿੱਚੋਂ ਕਿਹੜਾ ਖੁਫੀਆ ਜਾਣਕਾਰੀ ਦੀ ਲੋੜ ਹੈ ਜਾਂ ਕਿਸ ਪ੍ਰਕਾਰ ਦੀ ਖੁਫੀਆ ਜਾਣਕਾਰੀ ਨਹੀਂ, ਖੁਫੀਆ ਬੁੱਧੀ ਦੀ ਲੋੜ ਹੈ? ਠੀਕ ਹੈ, ਕਿਸ ਪ੍ਰਕਾਰ ਦੀ, ਮਤਲਬ 에ਅਰਫੋਰਸ ਪਾਇਲਟ ਬਣਨ ਦੇ ਲਈ ਇਹਨਾਂ ਵਿੱਚੋਂ ਕਿਸ ਪ੍ਰਕਾਰ ਦੀ ਬੁੱਧੀ ਦੀ ਲੋੜ ਹੈ? ਅੰਤਰ ਵਿਅਕਤੀਗਤ, ਭਾਸ਼ਾਈ ਬੁੱਧੀ, ਗਤੀਸ਼ੀਲ ਬੁੱਧੀ ਜਿਹਨੂੰ ਅਸੀਂ ਗਤਿਕ ਬੁੱਧੀ ਬੋਲਦੇ ਨੇ, ਬੋਡਲੀ ਸਿੰਥੈਟਿਕ ਬੋਲਦੇ ਨੇ, ਜਾਂ ਫਿਰ ਅੰਤਰਾ ਵਿਅਕਤੀਗਤ। ਇੱਥੇ ਅੰਤਰਾ ਵਿਅਕਤੀਗਤ। ਹੁਣ ਦੇਖੋ ਇਹ ਸਿਧਾਂਤ ਸੀਗਾ ਗਾਰਡਨਰ ਦੇ ਨਾਲ ਜੁੜਿਆ ਹੋਇਆ। ਜੇ ਤੁਸੀਂ ਹਾਵਰਡ ਗਾਰਡਨਰ ਦੀ ਥਿਊਰੀ ਨੂੰ ਪੜ੍ਹਿਆ ਤਾਂ ਉਹਦੇ ਵਿੱਚ 7 ਪ੍ਰਕਾਰ ਦੀ ਬੁੱਧੀ ਦੀ ਗੱਲ ਕਰਦਾ, ਬਾਅਦ ਦੇ ਵਿੱਚ ਉਹਨੇ 9 ਪ੍ਰਕਾਰ ਦੀ ਬੁੱਧੀ ਦੀ ਗੱਲ ਕੀਤੀ ਹੈ। ਤਾਂ 7 ਬੁੱਧੀ ਸਿਧਾਂਤ ਦੇ ਵਿੱਚ ਹੀ ਸੀਗਾ ਵੀ ਜੇ ਤੁਸੀਂ ਆਪਣੀ ਬੋਡੀ ਦੇ, ਕਿਉਂਕਿ 에ਅਰਫੋਰਸ ਦਾ ਪਾਇਲਟ ਬਣਨ ਦਾ ਮਤਲਬ ਹੈ ਵੀ ਤੁਸੀਂ ਆਪਣੇ ਮਤਲਬ, ਕਿਉਂਕਿ ਉਹਦੇ ਵਿੱਚ ਸਕਿੰਟਾਂ ਦੇ ਵੀ ਫੈਸਲਾ ਲੈਣਾ ਪੈਂਦਾ ਹੈ ਵੀ ਤੁਸੀਂ ਜਹਾਜ਼ ਨੂੰ ਕਿੱਧਰ ਮੋੜਨਾ ਹੈ, ਕਦੋਂ ਉਹਨੂੰ ਡਾਊਨ ਕਰਨਾ, ਕਦੋਂ ਉੱਪਰ ਕਰਨਾ। ਤਾਂ ਤੁਹਾਡੀ ਆਪਣੇ ਹੱਥਾਂ ਦੇ ਉੱਪਰ ਜਾਂ ਆਪਣੇ ਦਿਮਾਗ ਦੇ ਉੱਪਰ ਜਿਹੜੀ ਕਮਾਂਡ ਹੋਣੀ ਚਾਹੀਦੀ ਹੈ, ਤੁਹਾਡੀ ਆਪਣੀ ਬੋਡੀ ਦੇ ਉੱਪਰ ਕਮਾਂਡ ਹੋਣੀ ਚਾਹੀਦੀ ਹੈ। ਤਾਂ ਇਹਦੇ ਅਕੋਰਡਿੰਗ ਆਨਸਰ ਕੀ ਬਣਨਾ ਚਾਹੀਦਾ ਇਹਦਾ ਗਤੀਸ਼ੀਲ। ਤਾਂ ਇੱਥੇ ਗਤੀਸ਼ੀਲਤਾ ਬੁੱਧੀ ਜਾਂ ਗਤਿਕ ਬੁੱਧੀ ਦੀ ਇਹਨੇ ਗੱਲ ਇੱਥੇ ਕੀਤੀ ਹੈ। ਨੈਕਸਟ ਗੱਲ ਹੈ ਸਪੀਅਰਮੈਨ ਦਾ ਕੁਐਸਚਨ ਆਇਆ। ਦੇਖੋ ਸਪੀਅਰਮੈਨ ਦੀ ਬੁੱਧੀ ਦੇ ਵਿੱਚ ਦੀ ਜਿਹੜੀ ਪਰਿਭਾਸ਼ਾ ਉਹਨੇ ਦਿੱਤੀ ਹੈ, ਤਾਂ ਉਹਦੇ ਵਿੱਚ ਜੀ ਕਾਰਕ ਕੀ ਹੈ? ਜੀ ਕਾਰਕ, ਕਿਉਂਕਿ ਉਹਨੇ ਤੁਹਾਨੂੰ ਪਤਾ ਵੀ ਜੀ ਕਾਰਕ ਤੇ ਐਸ ਕਾਰਕ ਦੀ ਗੱਲ ਕੀਤੀ ਸੀ। ਐਸ ਕਾਰ ਮਤਲਬ, ਜੀ ਦਾ ਮਤਲਬ ਇੱਥੇ ਦੇਖਦੇ ਹਾਂ ਅਨੁਵੰਸ਼ਿਕ ਬੁੱਧੀ, ਉਤਪਾਦਨ ਬੁੱਧੀ, ਆਮ ਬੁੱਧੀ ਜਾਂ ਜਿਹਨੂੰ ਅਸੀਂ ਸਧਾਰਨ ਬੁੱਧੀ ਦਾ ਨਾਮ ਦੇ ਦਿੰਦੇ ਹਾਂ, ਜਾਂ ਫਿਰ ਗਲੋਬਲ ਬੁੱਧੀ। ਤਾਂ ਇੱਥੇ ਤੁਹਾਨੂੰ ਹੁਣ ਪਤਾ ਲੱਗ ਚੁੱਕਿਆ ਹੈਗਾ ਵੀ ਸਪੀਅਰਮੈਨ ਨੇ 2 ਬੁੱਧੀਆਂ ਦਾ ਜਿਹੜਾ ਸੀ ਦੱਸਿਆ ਸੀਗਾ, ਬਾਅਦ ਦੇ ਵਿੱਚ ਉਹਨੇ ਇੱਕ ਗਰੁੱਪ ਫੈਕਟਰ ਵੀ ਜੋੜਤਾ ਸੀ ਇਹਦੇ ਵਿੱਚ। ਤੇ ਅਨੁਵੰਸ਼ਿਕ ਬੁੱਧੀ, ਉਤਪਾਦਨ ਬੁੱਧੀ, ਆਮ ਬੁੱਧੀ ਮਤਲਬ ਸਧਾਰਨ ਬੁੱਧੀ ਜਾਂ ਫਿਰ ਗਲੋਬਲ ਬੁੱਧੀ। ਠੀਕ ਹੈ, ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਚਾਹੀਦਾ ਉਹ ਕੀ ਬਣਨਾ ਚਾਹੀਦਾ? ਉਹ 3 ਬਣਨਾ ਚਾਹੀਦਾ ਹੈਗਾ। ਨੈਕਸਟ ਹੈ ਬੜਾ ਇੰਪੋਰਟੈਂਟ ਕੁਐਸਚਨ ਹੈ ਇਹ, ਜੁੜਵਾਂ ਭਰਾਵਾਂ ਵਿੱਚੋਂ ਇੱਕ ਨੂੰ ਸਮਾਜਿਕ ਆਰਥਿਕ ਤੌਰ ਤੇ ਅਮੀਰ ਪਰਿਵਾਰ ਅਤੇ ਦੂਜੇ ਨੂੰ ਇੱਕ ਗਰੀਬ ਪਰਿਵਾਰ ਦੁਆਰਾ ਗੋਦ ਲਿਆ ਗਿਆ ਸੀ। 1 ਸਾਲ ਬਾਅਦ ਉਸ ਦੇ IQ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵੱਧ ਦੇਖਿਆ ਜਾ ਸਕਦਾ ਹੈ? ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ, ਦੁਬਾਰਾ ਕੁਐਸਚਨ ਪੜ੍ਹ ਰਿਹਾ ਮੈਂ। ਜੁੜਵਾਂ ਭਰਾਵਾਂ ਵਿੱਚੋਂ ਇੱਕ ਨੂੰ ਸਮਾਜਿਕ ਆਰਥਿਕ ਤੌਰ ਤੇ ਅਮੀਰ ਪਰਿਵਾਰ ਨੇ ਗੋਦ ਲਿਆ ਤੇ ਦੂਸਰੇ ਨੂੰ ਇੱਕ ਗਰੀਬ ਪਰਿਵਾਰ ਦੁਆਰਾ ਜਿਹੜਾ ਸੀ ਗੋਦ ਲਿਆ ਗਿਆ ਸੀ। 1 ਸਾਲ ਬਾਅਦ ਉਸਦੇ IQ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵੱਧ ਦੇਖਿਆ ਜਾ ਸਕਦਾ ਹੈ? ਫਸਟ ਕੀ ਆਪਸ਼ਨ ਕਹਿੰਦੀ ਹੈ ਅਮੀਰ
ਸਮਾਜਿਕ ਆਰਥਿਕ ਪਰਿਵਾਰ ਦੇ ਮੁੰਡਿਆਂ ਨਾਲੋਂ ਗਰੀਬ ਪਰਿਵਾਰ ਦੇ ਲੜਕੇ ਵਧੇਰੇ ਅੰਕ ਪ੍ਰਾਪਤ ਕਰਨਗੇ। ਸਮਾਜਿਕ ਆਰਥਿਕ ਪੱਧਰ ਆਈਕਿਊ ਸਕੋਰ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਅਮੀਰ ਸਮਾਜਿਕ ਆਰਥਿਕ ਪਰਿਵਾਰ ਦੇ ਲੜਕੇ ਨੂੰ ਗਰੀਬ ਪਰਿਵਾਰ ਦੇ ਲੜਕੇ ਨਾਲੋਂ ਵਧੇਰੇ ਅੰਕ ਪ੍ਰਾਪਤ ਹੋਣਗੇ। ਠੀਕ ਹੈ, ਇਹ ਦੁਬਾਰਾ ਜਾਂ ਇਹ ਕਹ ਲਓ ਵੀ ਇੱਥੇ ਜਿਹੜਾ ਅਮੀਰ ਹੈਗਾ ਉਹਨੂੰ ਅੰਕ ਇੱਥੇ ਜ਼ਿਆਦਾ ਪ੍ਰਾਪਤ ਹੋਣਗੇ, ਇੱਥੇ ਗਰੀਬ ਨੂੰ ਅੰਕ ਜ਼ਿਆਦਾ ਪ੍ਰਾਪਤ ਹੋਣਗੇ, ਜਾਂ ਫਿਰ ਦੋਵੇਂ ਬਰਾਬਰ ਅੰਕ ਕਰਨਗੇ। ਠੀਕ ਹੈ, ਤਾਂ ਇੱਥੇ ਇੱਕ ਪੈਡਾਗੋਗੀ ਦਾ ਕੁਐਸਚਨ ਹੈਗਾ ਇਹ। ਇਹਦੇ ਵਿੱਚ ਜਿਵੇਂ ਹੁਣ ਬੁੱਧੀ ਦੀ ਗੱਲ ਹੁੰਦੀ ਹੈ, ਬੁੱਧੀ ਨੂੰ ਕੀ ਪ੍ਰਭਾਵਿਤ ਨਹੀਂ ਕਰਦੇ ਹੈਗੇ, ਤਾਂ ਕੀ ਕਿਸੇ ਵਿਅਕਤੀ ਦਾ ਸਮਾਜਿਕ ਜਾਂ ਆਰਥਿਕ ਪੱਧਰ ਜਿਹੜਾ ਹੈਗਾ ਉਹਨੂੰ ਪ੍ਰਭਾਵਿਤ ਕਰੂਗਾ ਵੀ ਸਮਾਜਿਕ ਤੌਰ ਤੇ ਉਹ ਪਛੜੀ ਸ਼੍ਰੇਣੀ ਦਾ ਜਾਂ ਫਿਰ ਉੱਚ ਸ਼੍ਰੇਣੀ ਦਾ ਮੰਨਿਆ ਜਾਂਦਾ ਹੈਗਾ, ਜਾਂ ਫਿਰ ਉਹ ਆਰਥਿਕ ਤੌਰ ਤੇ ਅਮੀਰ ਜਾਂ ਆਰਥਿਕ ਤੌਰ ਤੇ ਗਰੀਬ ਮੰਨਿਆ ਜਾਂਦਾ ਹੈਗਾ, ਤਾਂ ਕੀ ਉਹਦੇ ਆਈਕਿਊ ਸਕੋਰ ਨੂੰ ਕਰਨਗੇ ਪ੍ਰਭਾਵਿਤ ਇਹ? ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਹੈ ਟੂ ਆਨਸਰ, ਕਿਉਂਕਿ ਸਮਾਜਿਕ ਅਤੇ ਆਰਥਿਕ ਪੱਧਰ ਜਿਹੜਾ ਹੈਗਾ ਇਹ ਕਿਸੇ ਵੀ ਵਿਅਕਤੀ ਦੇ ਆਈਕਿਊ ਸਕੋਰ ਨੂੰ ਪ੍ਰਭਾਵਿਤ ਨਹੀਂ ਕਰਦਾ। ਤਾਂ ਇਹਦੇ ਅਕੋਰਡਿੰਗ ਜਿਹੜਾ ਕਰੈਕਟ ਆਨਸਰ ਹੈ ਉਹ ਆਊਗਾ ਸੈਕੰਡ ਆਨਸਰ। ਗਾਰਡਨਰ ਨੇ 7 ਬੁੱਧੀਆਂ ਦੀ ਸੂਚੀ ਬਣਾਈ ਹੈ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਨਹੀਂ ਹੈ? ਤਾਂ 7 ਬੁੱਧੀ ਸਿਧਾਂਤ ਉਹਨੇ ਜਿਹੜਾ ਦਿੱਤਾ ਸੀਗਾ ਆਪਣਾ 1983 ਦੇ ਵਿੱਚ ਦਿੱਤਾ ਸੀ ਇਹ। ਠੀਕ ਹੈ, ਤਾਂ ਕਿਹੜਾ ਨਹੀਂ ਹੈ ਇਹਦੇ ਵਿੱਚੋਂ? ਸਥਾਨਕ ਬੁੱਧੀ ਹੈ, ਭਾਵਨਾਤਮਕ ਬੁੱਧੀ ਹੈ, ਅੰਤਰ ਵਿਅਕਤੀਗਤ ਬੁੱਧੀ ਹੈ, ਜਾਂ ਫਿਰ ਭਾਸ਼ਾਈ ਬੁੱਧੀ ਹੈ। ਤਾਂ ਇਹਦੇ ਵਿੱਚੋਂ ਸਾਨੂੰ ਪਤਾ ਵੀ 7 ਬੁੱਧੀ ਸਿਧਾਂਤ ਦੇ ਵਿੱਚੋਂ ਜਿਹੜਾ ਭਾਵਨਾਤਮਕ ਬੁੱਧੀ ਸਿਧਾਂਤ ਹੈ ਉਹ ਦਿੱਤਾ ਸੀ ਜੌਨ ਮੇਅਰ ਨੇ ਤੇ ਸਲੋਵੀ ਨੇ ਦਿੱਤਾ ਸੀਗਾ। ਸਥਾਨਕ ਬੁੱਧੀ ਵੀ ਦਿੱਤਾ ਉਹਨੇ, ਅੰਤਰ ਵਿਅਕਤੀਗਤ ਬੁੱਧੀ ਵੀ ਦਿੱਤਾ ਹੈਗਾ, ਭਾਸ਼ਾਈ ਬੁੱਧੀ ਵੀ ਦਿੱਤਾ ਉਹਨੇ ਭਾਵਨਾਤਮਕ ਬੁੱਧੀ ਦੀ ਗੱਲ ਨਹੀਂ ਕੀਤੀ ਹੈਗੀ ਇੱਥੇ। ਤਾਂ ਭਾਵਨਾਤਮਕ ਬੁੱਧੀ ਦਾ ਆਨਸਰ ਨਹੀਂ ਆਊਗਾ। ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਚਾਹੀਦਾ ਉਹ ਬੀ ਬਣਨਾ ਚਾਹੀਦਾ ਹੈ, ਜਾਂ 2 ਨੰਬਰ ਆਨਸਰ ਬਣਨਾ ਚਾਹੀਦਾ ਹੈ। ਨੈਕਸਟ ਗੱਲ ਕਰਦਾ ਉਹ ਬੁੱਧੀ ਦੇ ਸੰਬੰਧ ਵਿੱਚ ਕਿਹੜਾ ਕਥਨ ਨਹੀਂ ਹੈ? ਠੀਕ ਹੈ, ਬੁੱਧੀ ਅਨੁਕੂਲ ਬਣਾਉਣ ਦੀ ਯੋਗਤਾ ਹੈ, ਬੁੱਧੀ ਸਿੱਖਣ ਦੀ ਯੋਗਤਾ ਹੈ, ਬੁੱਧੀ ਸੂਖਮ ਤਰਕ ਕਰਨ ਦੀ ਯੋਗਤਾ ਹੈ। ਤਾਂ ਦੇਖੋ ਸਮਾਯੋਜਨ ਕਰਨ ਦੀ ਯੋਗਤਾ ਵੀ ਹੈ, ਅਸੀਂ ਬੁੱਧੀ ਦੁਆਰਾ ਅਸੀਂ ਆਪਣੇ ਆਪ ਨੂੰ ਅਨੁਕੂਲ ਬਣਾ ਲੈਂਦੇ ਹਾਂ, ਢਾਲ ਲੈਂਦੇ ਹਾਂ, ਆਪਣੇ ਆਪ ਨੂੰ ਸਮਾਯੋਜਿਤ ਕਰ ਲੈਂਦੇ ਹਾਂ। ਬੁੱਧੀ ਸਾਨੂੰ ਸਿਖਾਉਂਦੀ ਵੀ ਹੈ ਤੇ ਬੁੱਧੀ ਸੂਖਮ ਤਰਕ ਕਰਨ ਦੀ ਯੋਗਤਾ ਵੀ। ਇਹਦੇ ਅਕੋਰਡਿੰਗ ਆਨਸਰ ਜਿਹੜਾ ਬੜਾ ਸਿੰਪਲ ਕੁਐਸਚਨ, ਵਧੀਆ ਕੁਐਸਚਨ ਹੈ ਇਹ। ਤਾਂ ਇਹਦਾ ਆਨਸਰ ਬਣਨਾ ਹੈ 4th ਨੰਬਰ ਕੁਐਸਚਨ। ਕਿਹੜੇ ਚਿੰਤਨ ਨੇ ਬੁਨਿਆਦੀ ਮਾਨਸਿਕ ਸਮਰੱਥਾ ਦਾ ਕਨਸੈਪਟ ਦਿੱਤਾ ਸੀ? ਇਹ ਸਾਰੇ ਦੇ ਸਾਰੇ ਕੁਐਸਚਨ ਜਿਹੜੇ ਮੈਂ ਤੁਹਾਨੂੰ ਕਰਵਾਏ ਨੇ ਇੱਥੇ ਜਾਂ ਆਪਾਂ ਕੀਤੇ ਨੇ, ਅੱਜ ਡਿਸਕਸ ਕੀਤੇ ਨੇ, ਇਹ ਸਾਰੇ ਕੁਐਸਚਨ ਤੁਹਾਡੇ ਸੀਟੈਟ ਪੀਟੈਟ ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਅਸੀਂ ਲਏ ਸੀ ਇੱਥੋਂ। ਤਾਂ ਕਿਹੜੇ ਚਿੰਤਕ ਨੇ ਬੁਨਿਆਦੀ ਮਾਨਸਿਕ ਸਮਰੱਥਾ ਦਾ ਜਿਹੜਾ ਸੰਕਲਪ ਦਿੱਤਾ ਸੀ ਉਹ ਦਿੱਤਾ ਸੀ? ਫਸਟ ਹੈ ਥਰਸਟਨ, ਸਪੀਅਰਮੈਨ, ਗਾਰਡਨਰ, ਜਾਂ ਫਿਰ ਗਿਲਫੋਰਡ ਨੇ ਦਿੱਤਾ ਸੀ। ਤਾਂ ਇੱਥੇ ਜਿਹੜਾ ਆਨਸਰ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਉਹ ਥਰਸਟਨ। ਠੀਕ ਹੈ, ਥਰਸਟਨ ਨੇ ਇੱਕ ਬੁਨਿਆਦੀ ਮਾਨਸਿਕ ਸਮਰੱਥਾ, ਜਾਂ ਇਹਨੂੰ ਪ੍ਰਾਇਮਰੀ ਮਾਨਸਿਕ ਸਮਰੱਥਾ, ਜਾਂ ਇਹਨੂੰ ਪ੍ਰਾਥਮਿਕ ਮਾਨਸਿਕ ਸਮਰੱਥਾ, ਜਾਂ ਫਿਰ ਅਸੀਂ ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਦਾ ਜਿਹੜਾ ਸਿਧਾਂਤ ਦਿੱਤਾ ਸੀ ਉਹਨੇ। ਉਹ ਕਹਿੰਦਾ ਸੀ ਵੀ ਵਿਅਕਤੀ ਦੇ ਅੰਦਰ, ਹਰ ਵਿਅਕਤੀ ਦੇ ਅੰਦਰ 7 ਪ੍ਰਕਾਰ ਦੀ ਐਬਿਲਿਟੀਜ਼ ਉਹ ਪਾਈ ਜਾਂਦੀ ਹੈ। ਜਿਵੇਂ ਉਹਨੇ ਗੱਲ ਕੀਤੀ ਸੀ ਰੀਜ਼ਨਿੰਗ ਦੀ ਗੱਲ ਕੀਤੀ ਸੀ, ਉਹਨੇ ਮੈਥਮੈਟੀਕਲ ਦੀ ਗੱਲ ਕੀਤੀ ਸੀ, ਉਹਨੇ ਵਰਬਲ ਕੰਪਰੀਹੈਂਸ਼ਨ ਦੀ ਗੱਲ ਕੀਤੀ ਸੀ, ਸ਼ਬਦਿਕ ਯੋਗਤਾ ਦੀ ਗੱਲ ਕੀਤੀ ਸੀ, ਵਰਡ ਫਲੂਐਂਸੀ ਦੀ ਉਹਨੇ ਗੱਲ ਕੀਤੀ ਸੀ, ਸਪੈਚੁਅਲ ਇੰਟੈਲੀਜੈਂਸ ਦੀ ਗੱਲ ਕੀਤੀ ਸੀ, ਤੇ ਉਹਨੇ ਮੈਮਰੀ ਦੀ ਇਹਦੇ ਵਿੱਚ ਗੱਲ ਕੀਤੀ ਸੀਗੀ, ਤੇ ਉਹਨੇ ਇਹਦੇ ਵਿੱਚ ਪਰਸੈਪਸ਼ਨ ਦੀ ਗੱਲ ਕੀਤੀ ਸੀ। ਠੀਕ ਹੈ, ਤੇ ਇਹਨੇ ਬਾਅਦ ਦੇ ਵਿੱਚ ਇੱਕ ਪ੍ਰੋਬਲਮ ਸੋਲਵਿੰਗ ਇਹਦੇ ਵਿੱਚ ਐਡ ਕਰਤਾ ਸੀਗਾ। ਤੇ 8 ਬਾਅਦ ਵਿੱਚ ਸਮਰੱਥਾਵਾਂ ਦੀ ਗੱਲ ਨਹੀਂ ਕੀਤੀ ਹੈਗੀ, ਸਟਾਰਟਿੰਗ ਤੋਂ ਉਹਨੇ 7 ਦੀ ਕੀਤੀ ਹੈ, ਬਾਅਦ ਵਿੱਚ ਇੱਕ ਸਮਰੱਥਾ ਦੇ ਵਿੱਚ ਉਹਨੇ ਵਾਧਾ ਕੀਤਾ ਸੀਗਾ। ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਆਈ ਥਿੰਕ ਪੀਟੈਟ ਜਿਹੜਾ 2011 ਦਾ ਪੇਪਰ ਹੋਇਆ ਸੀ ਉਹਦੇ ਵਿੱਚ ਵੀ ਕੁਐਸਚਨ ਇਹ ਪਹਿਲੇ ਪੇਪਰ ਦੇ ਵਿੱਚ ਹੀ ਆਇਆ ਸੀ ਕੁਐਸਚਨ। ਤਾਂ ਇਹਨਾਂ ਦੇ ਸਿਧਾਂਤ ਕਾਫੀ ਇੰਪੋਰਟੈਂਟ ਹੁੰਦੇ ਨੇ, ਪੁੱਛੇ ਜਾਂਦੇ ਨੇ। ਬਹੁਬੁੱਧੀ ਸਿਧਾਂਤ ਦੇ ਅਨੁਸਾਰ ਸਵੈ ਅਹਿਸਾਸ ਦਾ ਮਤਲਬ ਵੀ ਆਪਣੇ ਆਪ ਨੂੰ ਜਾਣਨ ਦੀ ਗੱਲ। ਉਦੇਸ਼ ਅਤੇ ਇੱਛਾਵਾਂ ਦੀ ਸਮਝਦਾਰੀ ਨੂੰ ਕੀ ਕਿਹਾ ਜਾਂਦਾ? ਮੇਰਾ ਉਦੇਸ਼ ਕੀ ਹੈ, ਮੇਰੀਆਂ ਇੱਛਾਵਾਂ ਕੀ ਨੇ? ਜੇ ਮੈਨੂੰ ਮੇਰੇ ਉਦੇਸ਼, ਮੇਰੇ ਇੱਛਾਵਾਂ ਬਾਰੇ ਜਾਂ ਮੈਨੂੰ ਆਪਣੇ ਆਪ ਬਾਰੇ ਅਹਿਸਾਸ ਹੈ, ਉਸ ਬੁੱਧੀ ਨੂੰ ਉਹਨੇ ਕੀ ਨਾਮ ਦਿੱਤਾ ਹੈ? ਉਹਨੇ ਅੰਤਰ ਵਿਅਕਤੀਗਤ ਬੁੱਧੀ ਕਿਹਾ, ਜਾਂ ਅੰਤਰਾ ਵਿਅਕਤੀਗਤ ਬੁੱਧੀ ਕਿਹਾ, ਜਾਂ ਪ੍ਰਕਿਰਤੀਵਾਦੀ ਬੁੱਧੀ ਕਿਹਾ, ਜਾਂ ਸਥਾਨਕ ਬੁੱਧੀ ਦਾ ਨਾਮ ਦਿੱਤਾ ਹੈ। ਹੁਣ ਗਾਰਡਨਰ ਕੀ ਕਹਿੰਦਾ ਹੈ? ਗਾਰਡਨਰ ਕਹਿੰਦਾ ਵੀ ਜੇ ਅਸੀਂ ਦੂਸਰੇ ਵਿਅਕਤੀ ਨੂੰ ਜਾਣਦੇ ਹਾਂ, ਦੂਸਰੇ ਵਿਅਕਤੀ ਦੀ ਅਹਿਸਾਸਾਂ ਨੂੰ ਜਾਣਦੇ ਹਾਂ, ਜਾਂ ਉਹਦੇ ਉਦੇਸ਼ਾਂ ਨੂੰ ਜਾਣਦੇ ਹਾਂ, ਉਹਦੇ ਬਾਰੇ, ਉਹਦੀ ਕਮਜ਼ੋਰੀਆਂ, ਉਹਦੀ ਤਾਕਤ ਬਾਰੇ ਜਾਣਦੇ ਹਾਂ, ਤਾਂ ਉਹਨੂੰ ਨਾਮ ਦਿੱਤਾ ਸੀ ਅੰਤਰ ਵਿਅਕਤੀਗਤ। ਪਰ ਜਦੋਂ ਅਸੀਂ ਆਪਣੇ ਅਹਿਸਾਸ, ਆਪਣੇ ਉਦੇਸ਼, ਆਪਣੀਆਂ ਇੱਛਾਵਾਂ ਬਾਰੇ ਜਾਣਦੇ ਹਾਂ, ਤਾਂ ਉਹਨੇ ਨਾਮ ਦਿੱਤਾ ਸੀ ਅੰਤਰਾ ਵਿਅਕਤੀਗਤ। ਤਾਂ ਇੱਥੇ ਇੰਟਰਾਪਰਸਨਲ ਇੰਟੈਲੀਜੈਂਸ ਦੀ ਗੱਲ ਕੀਤੀ ਹੈ, ਅੰਤਰਾ ਵਿਅਕਤੀਗਤ ਦੀ ਗੱਲ ਕੀਤੀ ਹੈ। ਉਹ ਕਿਹਨੇ ਕੀਤੀ ਸੀ? ਉਹ ਹਾਵਰਡ ਗਾਰਡਨਰ ਨੇ ਆਪਣੇ ਬਹੁਬੁੱਧੀ ਸਿਧਾਂਤ ਦੇ ਵਿੱਚ ਗੱਲ ਕੀਤੀ ਸੀ। ਹਾਵਰਡ ਗਾਰਡਨਰ ਦਾ ਇੱਕ ਹੋਰ ਕੁਐਸਚਨ ਹੈ, ਹਾਵਰਡ ਗਾਰਡਨਰ ਦੇ ਬਹੁਬੁੱਧੀ ਸਿਧਾਂਤ ਦੇ ਅਨੁਸਾਰ ਕਿਹੜਾ ਠੀਕ ਹੈ? ਕੀ ਕਹਿੰਦਾ ਹੈ? ਬੁੱਧੀ ਇਕਹਿਰੀ ਹੋਂਦ ਨਹੀਂ ਹੈ, ਬੁੱਧੀ ਇਕਹਿਰੀ ਹੋਂਦ
नहीं है। ठीक है, ਬੁੱਧੀਆਂ ਇੱਕ ਦੂਜੇ ਦੇ ਉੱਪਰ ਨਿਰਭਰ ਹਨ। ਵੱਖ-ਵੱਖ ਤਰ੍ਹਾਂ ਦੀਆਂ ਬੁੱਧੀਆਂ ਇੱਕ ਦੂਸਰੇ ਤੇ ਅਸਰ ਪਾਉਂਦੀਆਂ ਹਨ ਅਤੇ ਇਕੱਠੀਆਂ ਕੰਮ ਕਰਦੀਆਂ ਹਨ। ਉਪਰੋਕਤ ਸਾਰੇ। ਠੀਕ ਹੈ, ਉਪਰੋਕਤ ਸਾਰੇ। ਹਾਂ ਬਿਲਕੁਲ ਸਹੀ ਗੱਲ ਹੈ। ਬੁੱਧੀ ਕਹਿੰਦਾ ਇਕਹਿਰੀ ਹੋਂਦ ਨਹੀਂ ਹੈ। ਕਹਿੰਦਾ ਵੀ ਬੁੱਧੀਆਂ ਜਿਹੜੀਆਂ ਨੇ ਇਕਹਿਰੀ ਹੋਂਦ ਨਹੀਂ ਹੈਗੀ। ਕਿਸੇ ਵਿਅਕਤੀ ਦੇ ਅੰਦਰ ਇੱਕ ਪ੍ਰਕਾਰ ਦੀ ਬੁੱਧੀ ਨਹੀਂ ਪਾਈ ਜਾਂਦੀ, ਅਲੱਗ-ਅਲੱਗ ਪ੍ਰਕਾਰ ਦੀਆਂ ਬੁੱਧੀਆਂ ਹੋ ਸਕਦੀਆਂ ਨੇ। ਬੁੱਧੀਆਂ ਇੱਕ ਦੂਜੇ ਤੇ ਨਿਰਭਰ ਕਰਦੀਆਂ ਨੇ। ਹਾਂ ਬਿਲਕੁਲ ਸਹੀ ਹੈ, ਬੁੱਧੀਆਂ ਇੱਕ ਦੂਜੇ ਉੱਪਰ ਨਿਰਭਰ ਕਰਦੀਆਂ ਨੇ। ਠੀਕ ਹੈ, ਵੱਖ-ਵੱਖ ਤਰ੍ਹਾਂ ਦੀਆਂ ਬੁੱਧੀਆਂ ਇੱਕ ਦੂਸਰੇ ਤੇ ਅਸਰ ਪਾਉਂਦੀਆਂ ਹਨ ਅਤੇ ਇਕੱਠੀਆਂ ਕੰਮ ਕਰਦੀਆਂ। ਜਦੋਂ ਇੱਕ ਦੂਜੇ ਤੇ ਨਿਰਭਰ ਕਰਦੀਆਂ ਨੇ ਤਾਂ ਫਿਰ ਇਕੱਠੇ ਕੰਮ ਵੀ ਕਰਨਗੀਆਂ। ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਉਹ ਫੋਰਥ ਬਣਨਾ। ਤਾਂ ਸਾਰੇ ਆਪਸ਼ਨ ਜਿਹੜੇ ਨੇ ਇਹ ਇੱਥੇ ਸਹੀ ਮੰਨੇ ਜਾਂਦੇ ਨੇ। ਲਾਸਟ ਕੁਐਸਚਨ ਵੱਲ ਵਧਦੇ ਹਾਂ ਆਪਾਂ। ਇਹ ਜ਼ਰੂਰੀ ਨਹੀਂ ਕਿ ਉੱਚ ਬੁੱਧੀ ਵਾਲੇ ਬਾਲਕ ਵੀ ਡੈਸ਼ ਵਿੱਚ ਉੱਚ ਹੋਣਗੇ। ਠੀਕ ਹੈ, ਬੜਾ ਵਧੀਆ ਕੁਐਸਚਨ ਹੈ ਇਹ। ਇਹ ਜ਼ਰੂਰੀ ਨਹੀਂ ਕਿ ਉੱਚ ਬੁੱਧੀ ਵਾਲੇ ਬਾਲਕ ਵੀ ਡੈਸ਼ ਵਿੱਚ ਵੀ ਉੱਚ ਹੋਣਗੇ। ਸਿਰਜਣਸ਼ੀਲਤਾ ਦੇ ਵਿੱਚ, ਅਧਿਐਨ ਦੇ ਵਿੱਚ, ਵਿਸ਼ਲੇਸ਼ਣ ਕਰਨ ਦੇ ਵਿੱਚ ਜਾਂ ਚੰਗੇ ਨੰਬਰ ਪ੍ਰਾਪਤ ਕਰਨ ਦੇ ਵਿੱਚ। ਠੀਕ ਹੈ, ਹੁਣ ਦੇਖੋ ਜਿਹੜੇ ਆਈਕਿਊ, ਜਿਨ੍ਹਾਂ ਦਾ ਹਾਈ ਆਈਕਿਊ ਹੁੰਦਾ ਬੱਚਿਆਂ ਦਾ, ਉਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਬੱਚੇ ਕ੍ਰੀਏਟਿਵ ਵੀ ਹੁੰਦੇ ਨੇ। ਠੀਕ ਹੈ, ਕ੍ਰੀਏਟੀਵਿਟੀ ਅਲੱਗ ਗੱਲ ਹੈ। ਜਿਹੜੇ ਘੱਟ ਆਈਕਿਊ ਵਾਲੇ ਬੱਚੇ ਹੁੰਦੇ ਨੇ ਕਈ ਵਾਰ ਉਹ ਵੀ ਕ੍ਰੀਏਟਿਵ ਹੁੰਦੇ ਨੇ। ਠੀਕ ਹੈ, ਤਾਂ ਇਹ ਕੋਈ ਜ਼ਰੂਰੀ ਹੁੰਦਾ ਵੀ ਜਿਹਦਾ ਹਾਈ ਆਈਕਿਊ ਹੈ ਤਾਂ ਉਹ ਬੱਚਾ ਕ੍ਰੀਏਟਿਵ ਹੋਊਗਾ, ਨਹੀਂ। ਠੀਕ ਹੈ, ਉਹ ਹੋ ਸਕਦਾ ਕ੍ਰੀਏਟਿਵ ਨਾ ਹੋਵੇ, ਉਹਦਾ ਆਈਕਿਊ ਗੱਲਾ ਉੱਚਾ ਹੋਵੇ, ਪਰ ਉਹ ਕ੍ਰੀਏਟਿਵਨੈਸ ਉਹਦੇ ਅੰਦਰ ਹੋਊਗੀ ਜਾਂ ਨਹੀਂ ਹੋਊਗੀ ਇਹ ਅਸੀਂ ਨਹੀਂ ਕਹਿ ਸਕਦੇ ਹੈਗੇ। ਠੀਕ ਹੈ, ਤਾਂ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉੱਚ ਬੁੱਧੀ ਵਾਲੇ ਬਾਲਕ ਸਿਰਜਣਸ਼ੀਲਤਾ ਜਾਂ ਕ੍ਰੀਏਟਿਵਨੈਸ ਦੇ ਵਿੱਚ ਵੀ ਜਾਂ ਕ੍ਰੀਏਟੀਵਿਟੀ ਦੇ ਵਿੱਚ ਵੀ ਕੀ ਹੋਣਗੇ, ਉਹ ਉੱਚ ਹੋਣਗੇ। ਤਾਂ ਇਹਦਾ ਆਨਸਰ ਬਣਦਾ ਹੈ ਥਰਡ। ਠੀਕ ਹੈ, ਇਹ ਸੀਗੇ ਤੁਹਾਡੇ 30 ਕੁਐਸਚਨ, ਟੌਪ 30 ਕੁਐਸਚਨ। ਹੋਰ ਵੀ ਕੁਐਸਚਨ ਬਾਰੇ ਆਪਾਂ ਡਿਸਕਸ ਕਰਾਂਗੇ ਅਗਲੀ ਕਲਾਸਾਂ ਦੇ ਵਿੱਚ। ਡਿਸਕਸ ਕਰਾਂਗੇ ਆਪਾਂ ਫੁੱਲ ਚੈਪਟਰ, ਫੁੱਲ ਥਿਊਰੀਜ਼ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ, ਤੇ ਆਈ ਹੋਪ ਕਿ ਤੁਹਾਨੂੰ ਇਹ ਅੱਜ ਦੀ ਕਲਾਸ ਜਿਹੜੀ ਇਹ ਪਸੰਦ ਆਈ ਹੋਊਗੀ। ਜੇ ਤੁਹਾਨੂੰ ਅੱਜ ਦੀ ਕਲਾਸ ਇਹ ਪਸੰਦ ਆਈ ਹੈ ਤਾਂ ਪਲੀਜ਼ ਇਸ ਕਲਾਸ ਨੂੰ ਜ਼ਰੂਰ ਲਾਈਕ ਕਰਿਓ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੇ ਜੇ ਤੁਸੀਂ ਸਾਡੇ ਚੈਨਲ ਦੇ ਉੱਪਰ ਜੇ ਨਵੇਂ ਆਏ ਹੋ, ਜੇ ਸਾਡੇ ਚੈਨਲ ਨੂੰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਸੀਂ ਤੁਹਾਡੇ ਵਾਸਤੇ ਇਸੇ ਤਰ੍ਹਾਂ ਦੀਆਂ ਜਿਹੜੀ ਵੀਡੀਓਜ਼ ਨੇ ਉਹ ਲੈ ਕੇ ਆਉਂਦੇ ਰਹਾਂਗੇ। ਮਿਲਦੇ ਹਾਂ ਇੱਕ ਨਵੀਂ ਕਲਾਸ ਦੇ ਨਾਲ, ਤਦ ਤੱਕ ਲਈ ਬਾਏ, ਥੈਂਕ ਯੂ।